ਸਨਮਾਨਯੋਗ ਗੁਰੂ ਨਿਵਾਜੀ ਸਾਧ ਸੰਗਤ ਜੀਓ, ਪਿਛਲੇ ਕੁਝ ਸਮੇਂ ਤੋਂ ਆਪਾਂ ਬਾਬਾ ਫਰੀਦ ਸਾਹਿਬ ਜੀ ਦੇ ਜਿਹੜੇ ਸ਼ਲੋਕ ਹਨ ਉਹਨਾਂ ਨੂੰ ਸਮਝਣ ਤੋਂ ਰੋਕਿਆ ਹੋਇਆ ਸੀ, ਕਿਉਂਕਿ ਆਪਾਂ ਗੁਰੂ ਨਾਨਕ ਸਾਹਿਬ ਜੀ ਦਾ ਪਾਵਨ ਪ੍ਰਕਾਸ਼ ਪੁਰਬ ਮਨਾ ਰਹੇ ਸਾਂ। ਅੱਜ ਤੋਂ ਫਿਰ ਆਪਾਂ ਸ਼ੁਰੂ ਕਰ ਰਹੇ ਹਾਂ ਸ਼ਲੋਕ ਸ਼ੇਖ ਫਰੀਦ ਕੇ। ਅੱਜ ਆਪਾਂ ਸ਼ਲੋਕ ਨੰਬਰ 50 ਤੋਂ ਲੈ ਕੇ 52 ਤੱਕ ਸਮਝਣ ਦਾ ਯਤਨ ਕਰਾਂਗੇ, ਜੋ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਪੰਨਾ ਨੰਬਰ 1380 ਉੱਤੇ ਦਰਜ ਹਨ। ਪਿਛਲੇ ਸਮੇਂ ਵਿੱਚ ਜਿੱਥੇ ਆਪਾਂ ਕਥਾ ਰੋਕੀ ਸੀ, ਸ਼ਲੋਕ ਨੰਬਰ 49, ਜਿਸ ਵਿੱਚ ਫਰੀਦ ਸਾਹਿਬ ਜੀ ਨੇ ਸਾਨੂੰ ਇਹ ਗੱਲ ਸਮਝਾਈ ਸੀ ਕਿ ਜਿਹੜੇ ਲੋਕ ਆਪਣੇ ਜੀਵਨ ਵਿੱਚ ਮੰਦੇ ਅਮਲ ਕਰਦੇ ਹਨ, ਯਾਨੀ ਕਰਮ ਮਾੜੇ ਕਰਦੇ ਹਨ, ਉਹਨਾਂ ਨੂੰ ਸਜ਼ਾ ਮਿਲਦੀ ਏ। ਤੇ ਉਹਨਾਂ ਨੇ ਇਹ 5 ਉਦਾਹਰਨਾਂ ਸਾਡੇ ਸਾਹਮਣੇ ਰੱਖੀਆਂ ਸਨ। ਇੱਕ ਕਪਾਹ ਦੀ ਉਦਾਹਰਨ ਕਿ ਕਿਸ ਤਰ੍ਹਾਂ ਉਹਨੂੰ ਰੂਈ ਨੂੰ ਪਹਿਲਾਂ ਪਿੰਜਿਆ ਜਾਂਦਾ ਹੈ, ਫਿਰ ਕੱਤਿਆ ਜਾਂਦਾ ਹੈ, ਫਿਰ ਉਹਨੂੰ ਬੁਣਿਆ ਜਾਂਦਾ ਹੈ, ਫਿਰ ਕੱਟ ਵੱਢ ਕੇ ਉਹਦੇ ਕੱਪੜੇ ਬਣਾਏ ਜਾਂਦੇ ਨੇ। ਇਸ ਤਰ੍ਹਾਂ ਤਿਲਾਂ ਦੀ ਉਦਾਹਰਨ ਲਈ ਸੀ ਕਿ ਤਿਲਾਂ ਵਿੱਚੋਂ ਤੇਲ ਕੱਢਣ ਵਾਸਤੇ ਕਿਸ ਤਰ੍ਹਾਂ ਉਹਨਾਂ ਨੂੰ ਕੋਹਲੂ ਵਿੱਚ ਪਾ ਕੇ ਪੀੜਿਆ ਜਾਂਦਾ ਹੈ। ਕਮਾਦ ਦੀ ਗੰਨਿਆਂ ਦੀ ਉਦਾਹਰਨ ਲਈ ਸੀ ਕਿ ਕਿਸ ਤਰ੍ਹਾਂ ਇਹਨਾਂ ਦਾ ਰਸ ਕੱਢਿਆ ਜਾਂਦਾ, ਫਿਰ ਇਹਨਾਂ ਨੂੰ ਕੜਾਹੇ ਵਿੱਚ ਪਾ ਕੇ ਤਪਾਇਆ ਜਾਂਦਾ, ਫਿਰ ਕਿਤੇ ਜਾ ਕੇ ਕੋਈ ਮਿੱਠੀਆਂ ਚੀਜ਼ਾਂ ਬਣਦੀਆਂ। ਇਸੇ ਤਰ੍ਹਾਂ ਕਾਗਜ਼ ਦੀ ਉਦਾਹਰਨ ਲਈ ਸੀ ਕਿ ਜਦੋਂ ਕਾਗਜ਼ ਨੂੰ ਬਣਾਇਆ ਜਾਂਦਾ ਹੈ, ਇਹ ਜੋ ਵੀ ਕੂੜੇ ਕਰਕਟ ਦਾ ਬਣਦਾ ਹੈ ਕਾਗਜ਼, ਉਸ ਨੂੰ ਗਲਾਇਆ ਜਾਂਦਾ, ਉਸ ਨੂੰ ਫੈਕਟਰੀਆਂ ਵਿੱਚ ਪਾ ਕੇ ਤਪਾਇਆ ਜਾਂਦਾ। ਇਸੇ ਤਰ੍ਹਾਂ ਕੋਲਿਆਂ ਦੀ ਉਦਾਹਰਨ ਲਈ ਵੀ ਕੋਲਿਆਂ ਨੂੰ ਵੀ ਦੂਜੀ ਵਾਰ ਸਾੜਿਆ ਜਾਂਦਾ ਇੱਕ ਤਰ੍ਹਾਂ ਨਾਲ। ਸੋ ਇਹ 5 ਉਦਾਹਰਨਾਂ ਲੈ ਕੇ ਸਾਨੂੰ ਇਹ ਗੱਲ ਸਮਝਾਉਣ ਦਾ ਯਤਨ ਕੀਤਾ ਸੀ ਕਿ ਅਸੀਂ ਜ਼ਿੰਦਗੀ ਦੇ ਵਿੱਚ ਕਰਮ ਚੰਗੇ ਕਮਾਈਏ। ਜੇ ਅਸੀਂ ਕਰਮ ਮਾੜੇ ਕੀਤੇ ਤੇ ਸਾਨੂੰ ਵੀ ਫਿਰ ਕੋਈ ਇਹੋ ਜਿਹੀਆਂ ਸਜ਼ਾਵਾਂ ਮਿਲਣਗੀਆਂ। ਮੰਦੇ ਅਮਲ ਕਰੇਂਦਿਆਂ ਇਹ ਸਜ਼ਾਏ ਤੇ ਨਾ। ਸੋ ਮੈਂ ਇਹਦੇ ਤੇ ਜ਼ਿਆਦਾ ਗੱਲ ਨਹੀਂ ਕਰਨਾ ਚਾਹੁੰਦਾ, ਕਿਉਂਕਿ ਆਪਾਂ ਪਿਛਲੀ ਵਾਰੀ ਜਿੱਥੇ ਕਥਾ ਸਮਾਪਤ ਕੀਤੀ ਸੀ, ਉੱਥੇ ਆਪਾਂ ਇਹਨਾਂ ਨੂੰ ਕਾਫੀ ਵਿਸਥਾਰ ਨਾਲ ਸਮਝ ਲਿਆ ਸੀ। ਸੋ ਜਿਹੜੀ ਅੱਜ ਦੀ ਵਿਚਾਰ ਹੈ ਉਹ ਆਪਾਂ ਸ਼ੁਰੂ ਕਰਦੇ ਹਾਂ, ਜਿਸ ਵਿੱਚ ਬਾਬਾ ਫਰੀਦ ਜੀ ਨੇ 2 ਤਰ੍ਹਾਂ ਦੇ ਸਾਧੂ ਜਨ ਆਖ ਲਈਏ, ਸੰਤ ਆਖ ਲਈਏ, ਉਹਨਾਂ ਦੀ ਮਿਸਾਲ ਸਾਡੇ ਸਾਹਮਣੇ ਰੱਖੀ ਏ। ਇੱਕ ਉਹ ਸਾਧੂ ਜਨ ਹੁੰਦੇ ਨੇ ਜਿਹੜੇ ਸੱਚੀ ਮੁੱਚੀ ਮਨ ਕਰਕੇ ਪਰਮਾਤਮਾ ਦੇ ਪਿਆਰ ਵਿੱਚ, ਪਰਮਾਤਮਾ ਦੇ ਰੰਗ ਵਿੱਚ ਰੱਤੇ ਹੁੰਦੇ ਨੇ। ਇੱਕ ਉਹ ਲੋਕ ਹੁੰਦੇ ਨੇ ਜਿਨ੍ਹਾਂ ਨੇ ਬਾਹਰੀ ਭੇਖ ਤਾਂ ਸਾਧੂਆਂ ਵਾਲਾ, ਸੰਤਾਂ ਵਾਲਾ, ਗੁਰਮੁਖਾਂ ਵਾਲਾ ਬਣਾਇਆ ਹੁੰਦਾ ਹੈ, ਲੇਕਿਨ ਅੰਦਰੋਂ ਇਸ ਤਰ੍ਹਾਂ ਦੇ ਹੁੰਦੇ ਨਹੀਂ ਹਨ। ਉੱਤੋਂ ਭੇਖ ਕੁਝ ਹੋਰ ਹੁੰਦਾ ਹੈ, ਕਰਮ ਕੁਝ ਹੋਰ ਹੁੰਦੇ ਨੇ। ਉਹਨਾਂ ਦਾ ਜ਼ਿਕਰ ਪਹਿਲੇ ਇਸ 50 ਨੰਬਰ ਸ਼ਲੋਕ ਵਿੱਚ ਫਰੀਦ ਸਾਹਿਬ ਕਰਦੇ ਨੇ।
ਫਰੀਦਾ ਕੰਨ ਮੁਸੱਲਾ। ਕੰਨ ਦਾ ਮਤਲਬ ਹੈ ਕੰਧਾ, ਮੋਢੇ ਉੱਤੇ। ਮੁਸੱਲਾ ਦਾ ਮਤਲਬ ਹੈ ਜਿਹਦੇ ਉੱਤੇ ਇਸਲਾਮ ਵਾਲੇ ਫਕੀਰ ਸਾਧੂ ਸੰਤ ਥੱਲੇ ਵਿਛਾ ਕੇ ਤੇ ਉਹ ਆਪਣੀ ਨਮਾਜ਼ ਵਗੈਰਾ ਅਦਾ ਕਰਦੇ ਨੇ, ਉਸ ਨੂੰ ਮੁਸੱਲਾ ਆਖਦੇ ਨੇ। ਪਰ ਜਿਹੜੇ ਸੱਜਣ ਪਾਠ ਕਰਨ ਵਾਲੇ ਨੇ ਉਹਨਾਂ ਦੇ ਗਿਆਤ ਲਈ ਦੱਸਣਾ ਚਾਹਾਂਗਾ ਕਿ ਇਹਨੂੰ ਬਹੁਤ ਸਾਰੇ ਲੋਕ ਮੁਸਲਾ ਪੜ੍ਹ ਜਾਂਦੇ ਨੇ। ਇਹਨੂੰ ਮੁਸਲਾ ਕਦੇ ਨਹੀਂ ਪੜ੍ਹਨਾ, ਕਿਉਂਕਿ ਮੁਸਲਾ ਤੇ ਮੁਸੱਲਾ ਇਹਨਾਂ ਦੋਹਾਂ ਅਰਥਾਂ ਵਿੱਚ ਬਹੁਤ ਵੱਡਾ ਫਰਕ ਹੁੰਦਾ ਹੈ। ਮੁਸਲਾ ਦਾ ਅਰਥ ਹੁੰਦਾ ਹੈ ਕੋਈ ਮੁਸਲਮਾਨ, ਤੇ ਮੁਸੱਲਾ ਦਾ ਅਰਥ ਹੁੰਦਾ ਹੈ ਥੱਲੇ ਵਿਛਾਉਣ ਵਾਲਾ ਕੱਪੜਾ। ਕੰਨ ਮੁਸੱਲਾ, ਮੋਢੇ ਉੱਤੇ ਸਾਧੂ ਨੇ, ਫਕੀਰ ਨੇ ਮੁਸੱਲਾ ਰੱਖਿਆ ਹੋਇਆ ਹੈ। ਸੂਫ ਗਲ, ਸੂਫ ਦਾ ਮਤਲਬ ਹੈ ਕਾਲੀ ਕਫਨੀ। ਜਿਹੜੇ ਇਸਲਾਮ ਦੇ ਸੂਫੀ ਸਾਧੂ ਸੰਤ ਫਕੀਰ ਹੁੰਦੇ ਨੇ ਉਹ ਜ਼ਿਆਦਾਤਰ ਗਲ ਵਿੱਚ ਕਾਲੇ ਰੰਗ ਦੀ ਕਫਨੀ ਪਾ ਕੇ ਰੱਖਦੇ ਨੇ। ਮੋਢੇ ਉੱਤੇ ਮੁਸੱਲਾ ਰੱਖਿਆ ਹੋਇਆ ਹੈ, ਗਲ ਵਿੱਚ ਕਾਲੀ ਕੰਬਲੀ ਪਾਈ ਹੋਈ ਹੈ। ਦਿਲ ਕਾਤੀ ਗੁੜਵਾਤ। ਕਾਤੀ ਦਾ ਮਤਲਬ ਹੈ ਜੀ ਕੈਂਚੀ। ਦਿਲ ਵਿੱਚ ਮਾਨੋ ਉਹਨੇ ਕੈਂਚੀ ਰੱਖੀ ਹੋਈ ਹੈ। ਵਾਤ ਦਾ ਮਤਲਬ ਹੈ ਗੱਲਾਂ ਕਰਨੀਆਂ, ਜਿਸ ਨੂੰ ਆਪਾਂ ਬਾਤ ਵੀ ਆਖਦੇ ਹਾਂ। ਲੇਕਿਨ ਮੂੰਹ ਤੋਂ ਜਿਹੜੀਆਂ ਉਹ ਗੱਲਾਂ ਕਰਦਾ ਉਹ ਗੁੜ ਵਰਗੀਆਂ ਬੜੀਆਂ ਮਿੱਠੀਆਂ ਨੇ। ਸੋ ਇਸ ਪੂਰੀ ਪੰਕਤੀ ਦਾ ਅਰਥ ਇਸ ਤਰ੍ਹਾਂ ਬਣਦਾ ਹੈ, ਫਰੀਦਾ ਕੰਨ ਮੁਸੱਲਾ, ਸੂਫ ਗਲ, ਦਿਲ ਕਾਤੀ ਗੁੜਵਾਤ। ਇਹੋ ਜਿਹੇ ਕਿਸੇ ਸੂਫੀ ਫਕੀਰ ਦੀ ਗੱਲ ਕਰਦਿਆਂ ਫਰੀਦ ਸਾਹਿਬ ਆਖਦੇ ਨੇ ਕਿ ਇਸ ਸੂਫੀ ਫਕੀਰ ਨੇ ਆਪਣੇ ਮੋਢੇ ਉੱਤੇ ਮੁਸੱਲਾ ਰੱਖਿਆ ਹੋਇਆ ਹੈ, ਗਲ ਵਿੱਚ ਕਾਲੀ ਕਫਨੀ ਪਾਈ ਹੋਈ ਹੈ ਤੇ ਦਿਲ ਵਿੱਚ ਇਹਦੇ ਕੈਂਚੀ ਹੈ, ਜਿਸ ਨੂੰ ਨਾ ਆਪਾਂ ਇੱਕ ਅਖਾਣ ਜਿਹਾ ਬਣਿਆ ਹੋਇਆ ਪੰਜਾਬੀ ਵਿੱਚ, ਮੂੰਹ ਮੇ ਰਾਮ ਰਾਮ ਬਗਲ ਮੇ ਛੁਰੀ। ਇਹ ਬਿਲਕੁਲ ਉਹ ਕਹਾਵਤ ਹੈ, ਦਿਲ ਕਾਤੀ ਗੁੜਵਾਤ। ਦਿਲ ਵਿੱਚ ਕੈਂਚੀ ਏ ਤੇ ਮੁਖ ਤੋਂ ਮਿੱਠੀਆਂ ਮਿੱਠੀਆਂ ਗੱਲਾਂ ਕਰਦਾ ਹੈ। ਇਹ ਕੈਂਚੀ ਭਲਾ ਦਿਲ ਵਿੱਚ ਕੀ, ਇਹਦੇ ਨਾਲ ਉਹ ਕੀ ਕਰਦਾ ਹੋਏਗਾ? ਬਾਹਰੋਂ ਭੇਸ ਤੇ ਉਹਨੇ ਸਾਧੂਆਂ ਵਾਲਾ ਬਣਾਇਆ ਹੈ। ਅਸਲ ਵਿੱਚ ਹਰ ਖਿੱਤੇ ਵਿੱਚ ਲੋਕ ਇੱਕ ਦੂਜੇ ਤੋਂ ਬੜੇ ਈਰਖਾ ਰੱਖਦੇ ਹੁੰਦੇ ਨੇ। ਕੋਈ ਵੀ ਖਿੱਤਾ ਦੁਨੀਆ ਭਰ ਦਾ ਲਵੋ, ਉਸ ਦੇ ਵਿੱਚ ਕੰਮ ਕਰਨ ਵਾਲੇ ਲੋਕ ਇੱਕ ਦੂਜੇ ਦੇ ਨਾਲ ਬਹੁਤ ਭਾਰੀ ਈਰਖਾ ਕਰਦੇ ਨੇ। ਜੇ ਤੁਸੀਂ ਸਾਡੇ ਮਹਿਕਮੇ 'ਚ ਲੈ ਲਓ, ਕਥਾ ਕਰਨ ਵਾਲਿਆਂ ਦੇ ਨਾਲ ਕਥਾ ਕਰਨ ਵਾਲਿਆਂ ਦੀ ਨਹੀਂ ਬਣਦੀ। ਉਹ ਇੱਕ ਦੂਜੇ ਦੀਆਂ, ਕਿਸੇ ਦਾ ਇੱਥੋਂ ਵੀਕ ਬੰਦ ਕਰਵਾ ਦਿਓ, ਕਿਸੇ ਦੀ ਉੱਥੋਂ ਕਥਾ ਹਟਵਾ ਦਿਓ, ਕਿਸੇ ਦਾ ਮਹੀਨਾ ਕਟਵਾ ਦਿਓ। ਇਸੇ ਤਰ੍ਹਾਂ ਰਾਗੀ ਸਿੰਘ ਕਰਦੇ ਨੇ, ਕਿਸੇ ਦਾ ਉੱਧਰੋਂ ਮਹੀਨਾ ਕਟਵਾਤਾ, ਉੱਧਰ ਲਵਾਤਾ, ਆਪਣਾ ਉੱਥੇ ਫਿੱਟ ਕਰ ਲਿਆ। ਦੁਨੀਆ ਦਾ ਕੋਈ ਖੇਤਰ ਲਵੋ, ਕੋਈ ਬਿਜ਼ਨਸ ਲਵੋ, ਕੋਈ ਨੌਕਰੀ ਪੇਸ਼ਾ ਲਵੋ, ਹਰ ਮਹਿਕਮੇ ਵਿੱਚ ਇਹੋ ਹੀ ਹਾਲ ਹੈ। ਉਹੋ ਹੀ ਹਾਲ ਇਹੋ ਜਿਹੇ ਸਾਧੂਆਂ ਦਾ ਹੁੰਦਾ। ਜਿਸ ਕਿਸੇ ਸਾਧੂ ਦੇ ਨਾਲ ਸੰਗਤ ਜੁੜ ਗਈ ਹੋਵੇ, ਉਹਦਾ ਕਰਮ ਚੰਗਾ ਹੋਵੇ, ਉਹ ਲੋਕਾਂ ਨੂੰ ਭਲੇ ਪਾਸੇ ਲਾਉਂਦਾ ਹੋਵੇ, ਤੇ ਇਹੋ ਜਿਹਾ ਪਖੰਡੀ ਸਾਧੂ ਉਹਦੇ ਨਾਲ ਈਰਖਾ ਕਰਦਾ। ਦਿਲ ਕਾਤੀ ਤੋਂ ਭਾਵ ਹੈ ਫਿਰ ਉਹਦੇ ਖਿਲਾਫ ਉਹਦੀ ਨਿੰਦਿਆ ਦੇ ਬਚਨ ਬੋਲਦਾ, ਲੋਕਾਂ ਨੂੰ ਉਹਦੇ ਉਲਟ ਉਹਦੇ ਵਿਰੋਧ ਵਿੱਚ ਖੜਿਆਂ ਕਰਦਾ। ਇਹ ਹੈ ਦਿਲ ਕਾਤੀ। ਦਿਲ ਵਿੱਚ ਮਾੜੇ ਵਿਚਾਰ ਰੱਖਦਾ ਹੈ, ਆਪਣੇ ਹੀ ਸੰਗੀਆਂ ਸਾਥੀਆਂ ਭਾਵ ਜਿਹੜੇ ਸਾਧੂ ਸੰਤ ਨੇ ਉਹਨਾਂ ਦੀ ਨਿੰਦਿਆ ਕਰਦਾ ਹੈ, ਤੇ ਲੇਕਿਨ ਮੂੰਹ ਤੋਂ ਗੱਲਾਂ ਬੜੀਆਂ ਮਿੱਠੀਆਂ ਮਿੱਠੀਆਂ ਕਰਦਾ ਹੈ। ਅਗਲੀ ਪੰਕਤੀ ਵਿੱਚ ਬੜਾ ਹੀ ਸਪਸ਼ਟ ਕੀਤਾ ਹੈ ਫਰੀਦ ਸਾਹਿਬ ਨੇ, ਬਾਹਰ ਦਿਸੈ ਚਾਨਣਾ
ਦਿਲ ਅੰਧਿਆਰੀ ਰਾਤ। ਚਾਨਣਾ ਤੋਂ ਭਾਵ ਹੁੰਦਾ ਹੈ ਗਿਆਨ, ਤੇ ਅੰਧਿਆਰੀ ਰਾਤ ਤੋਂ ਮਤਲਬ ਹੁੰਦਾ ਹੈ ਅਗਿਆਨਤਾ ਦਾ ਹਨੇਰਾ। ਇਹੋ ਜਿਹੇ ਕਿਸੇ ਪਖੰਡੀ ਸਾਧੂ ਦੇ ਜਿਨਨੇ ਭੇਸ ਤੇ ਸਾਧੂਆਂ ਵਾਲਾ ਬਣਾਇਆ ਹੋਇਆ, ਲੇਕਿਨ ਉਹ ਸਾਧੂ ਨਹੀਂ। ਬਾਹਰ ਦਿਸੈ ਚਾਨਣਾ, ਬਾਹਰੋਂ ਤੇ ਉਹ ਬੜੀਆਂ ਗਿਆਨ ਵਾਲੀਆਂ ਗੱਲਾਂ ਕਰਦਾ ਨਜ਼ਰ ਆਉਂਦਾ ਹੈ। ਦਿਲ ਅੰਧਿਆਰੀ ਰਾਤ, ਲੇਕਿਨ ਉਹਦੇ ਦਿਲ ਵਿੱਚ ਅਗਿਆਨਤਾ ਦਾ ਘੁੱਪ ਹਨੇਰਾ ਬੈਠਾ ਹੁੰਦਾ ਹੈ। ਉਹ ਆਪਣਾ ਜੀਵਨ ਅਗਿਆਨਤਾ ਦੇ ਹਨੇਰੇ ਵਿੱਚ ਜਿਉਂ ਰਿਹਾ ਹੁੰਦਾ ਹੈ, ਲੇਕਿਨ ਲੋਕਾਂ ਨੂੰ ਰੱਬ ਦੀਆਂ ਗੱਲਾਂ ਸੁਣਾ ਕੇ, ਲੋਕਾਂ ਨੂੰ ਗਿਆਨ ਦੀਆਂ ਗੱਲਾਂ ਸੁਣਾ ਕੇ ਉਹ ਲੋਕਾਂ ਦੇ ਵਾਸਤੇ ਦਿਨ ਮਨ ਨੂੰ ਚੜਾ ਦਿੰਦਾ ਹੈ ਤੇ ਆਪ ਅਗਿਆਨਤਾ ਦੀ ਕਾਲੀ ਰਾਤ ਵਿੱਚ ਗੁਜ਼ਾਰਦਾ ਹੈ। ਭਾਵ ਦਾ ਸਾਰਾ ਜੀਵਨ ਅਗਿਆਨਤਾ ਵਿੱਚ ਬੀਤਦਾ ਹੈ। ਇਹ ਇੱਕ ਤਰ੍ਹਾਂ ਦੇ ਸਾਧੂਆਂ ਦੀ ਗੱਲ ਫਰੀਦ ਸਾਹਿਬ ਨੇ ਕੀਤੀ ਹੈ। ਭਗਤ ਬੇਣੀ ਜੀ ਨੇ ਆਪਣੀ ਬਾਣੀ ਵਿੱਚ ਆਪਣੇ ਬਚਨਾਂ ਦੁਆਰਾ ਕਿਸੇ ਇਹੋ ਜਿਹੇ ਵਿਅਕਤੀ ਦਾ ਹੀ ਜ਼ਿਕਰ ਸਾਡੇ ਸਾਹਮਣੇ ਰੱਖਿਆ ਹੈ। ਆਪ ਜੀ ਫਰਮਾਉਂਦੇ ਨੇ, ਨਿਤ ਪ੍ਰਤ ਇਸ਼ਨਾਨ ਸਰੀਰੰ। ਇਹੋ ਜਿਹਾ ਪਖੰਡੀ ਆਦਮੀ ਨਿਤਾ ਪ੍ਰਤੀ ਸਰੀਰ ਦਾ ਇਸ਼ਨਾਨ ਤਾਂ ਕਰਦਾ ਹੈ, ਲੋਕਾਂ ਨੂੰ ਵਿਖਾਉਣ ਵਾਸਤੇ। ਕਦੀ ਗੰਗਾ 'ਚ ਜਾ ਕੇ ਨਹਾਏਗਾ, ਕਦੀ ਅੰਮ੍ਰਿਤਸਰ ਸਰੋਵਰ ਵਿੱਚ ਜਾ ਕੇ ਨਹਾਏਗਾ, ਕਦੀ ਮੈਂ ਹੇਮਕੁੰਟ ਜਾ ਆਇਆ, ਕਦੀ ਮੈਂ ਹਜ਼ੂਰ ਸਾਹਿਬ ਜਾ ਆਇਆ, ਕਦੀ ਮੈਂ ਪ੍ਰਯਾਗਰਾਜ ਦਰਸ਼ਨ ਕਰ ਆਇਆ, ਕਦੀ ਮੈਂ ਹਰਿਦੁਆਰ ਮੱਥਾ ਟੇਕ ਆਇਆ। ਨਿਤ ਪ੍ਰਤਿ ਇਸ਼ਨਾਨ ਸਰੀਰੰ, ਸਰੀਰ ਦਾ ਇਸ਼ਨਾਨ ਕਰਦਾ। ਦੋਏ ਧੋਤੀ ਕਰਮ ਮੁਖ ਖੀਰੰ, ਦੋ ਧੋਤੀਆਂ ਰੱਖਦੇ ਨੇ ਪੰਡਿਤ ਲੋਕ। ਇਹ ਕੁੱਤੇ ਲੈ ਲੈਂਦੇ ਨੇ, ਇੱਕ ਲੱਕ ਦੁਆਲੇ ਬੰਨੀ ਹੁੰਦੀ ਜਦੋਂ ਉਹ ਆਪਣੀ ਪੂਜਾ ਪਾਠ ਕਰਦੇ ਨੇ। ਕਰਮ ਤੋਂ ਭਾਵ ਇੱਥੇ ਆ ਕਰਮ ਕਾਂਡ। ਕਰਮ ਕਾਂਡ ਵੀ ਬਹੁਤ ਕਰਦਾ ਹੈ। ਮੁੱਖ ਖੀਰੰਗ ਤੋਂ ਮਤਲਬ ਇਹ ਕਹਿੰਦਾ ਹੈ ਕਿ ਮੈਂ ਰੋਟੀ ਨਹੀਂ ਖਾਂਦਾ, ਮੈਂ ਭੋਜਨ ਨਹੀਂ ਖਾਂਦਾ, ਮੈਂ ਸਿਰਫ ਦੁੱਧ ਪੀ ਕੇ ਹੀ ਗੁਜ਼ਾਰਾ ਕਰਦਾ। ਹਿਰਦੈ ਛੁਰੀ ਸੰਧਿਆਨੀ। ਫਰੀਦ ਜੀ ਨੇ ਆਖਿਆ ਸੀ ਦਿਲ ਕਾਤੀ, ਦਿਲ ਵਿੱਚ ਕੈਂਚੀ ਰੱਖੀ ਹੋਈ ਏ, ਦੂਜਿਆਂ ਦੀ ਨਿੰਦਿਆ ਕਰਦਾ ਹੈ। ਤੇ ਭਗਤ ਬੇਣੀ ਜੀ ਆਖਦੇ ਨੇ ਹਿਰਦੈ ਛੁਰੀ ਸੰਧਿਆਨੀ। ਸੰਧਿਆਨੀ ਦਾ ਮਤਲਬ ਹੈ ਸੇਧ ਲਾਈ ਹੋਈ ਏ ਕਿ ਕਦੋਂ ਮੇਰਾ ਸ਼ਿਕਾਰ ਮੇਰੇ ਦਾਅ ਹੇਠਾਂ ਆਵੇ ਤੇ ਮੈਂ ਇਹ ਛੁਰੀ ਉਹਦੇ ਉੱਤੇ ਚਲਾ ਦਿਆਂ। ਤੁਹਾਨੂੰ ਪਤਾ ਹੋਣਾ ਹੈ ਬਨਾਰਸ ਵਿੱਚ ਇੱਕ ਆਰਾ ਰੱਖਿਆ ਹੋਇਆ ਸੀ ਇਹਨਾਂ ਲੋਕਾਂ ਨੇ, ਅੱਜ ਵੀ ਪਿਆ ਹੋਇਆ ਉੱਥੇ ਉਹ, ਲੇਕਿਨ ਅੱਜ ਉਹਨੂੰ ਵਰਤਦੇ ਨਹੀਂ ਹਨ। ਪੁਰਾਣੇ ਸਮੇਂ ਵਿੱਚ ਲੋਕਾਂ ਤੋਂ ਦਾਨ ਦਛਨਾ ਲੈ ਕੇ ਉਹਨਾਂ ਦੀ ਸਾਰੀ ਜਾਇਦਾਦ ਆਪਣੇ ਨਾਂ ਲਗਵਾ ਕੇ ਤੇ ਉਹਨਾਂ ਨੂੰ ਕਹਿੰਦੇ ਸੀ ਇੱਥੇ ਖੜਾ ਹੋ, ਤੈਨੂੰ ਇਹ ਸਾਰੇ ਨਾਲ ਚੀਰ ਕੇ ਦੋ ਫਾੜ ਕਰ ਦਈਏ ਤੇ ਤੂੰ ਸਿੱਧਾ ਸਵਰਗਾਂ ਨੂੰ ਚਲਾ ਜਾਏਂਗਾ। ਹਿਰਦੈ ਛੁਰੀ ਸੰਧਿਆਨੀ, ਆਹ ਸੀ ਨਿਸ਼ਾਨਾ ਉਹਨਾਂ ਲੋਕਾਂ ਦਾ ਲੁੱਟਣ ਦਾ। ਕਿਵੇਂ ਲੋਕਾਂ ਨੂੰ ਲੁੱਟਣਾ ਹੈ ਤੇ ਕਿਵੇਂ ਉਹਨਾਂ ਤੋਂ ਆਪਣਾ ਸਭ ਕੁਝ ਖੋਹ ਖਿੰਝ ਕਰਕੇ ਤੇ ਉਹਦਾ ਕਤਲ ਕਰ ਦੇਣਾ ਹੈ ਧਰਮ ਦੇ ਨਾਂ ਹੇਠਾਂ। ਹਿਰਦੈ ਛੁਰੀ ਸੰਧਿਆਨੀ, ਕਾਹਦੇ ਵਾਸਤੇ ਛੁਰੀ ਫੜੀ ਹੋਈ ਏ? ਪਰ ਦਰਬ ਹਿਰਨ ਕੀ ਬਾਨੀ। ਆਦਤ ਪੈ ਗਈ ਏ ਪਰਾਇਆ ਧਨ ਚੁਰਾਉਣ ਦੀ, ਇਸ ਢੰਗ ਦੇ ਨਾਲ ਧਰਮ ਦੇ ਨਾਂ ਹੇਠਾਂ। ਅੱਜ ਪੂਰੀ ਦੁਨੀਆ ਦੇ ਅੰਦਰ ਧਰਮ ਦੇ ਨਾਂ ਹੇਠਾਂ ਜੋ ਕੁਝ ਹੋ ਰਿਹਾ ਹੈ, ਆਪਾਂ ਨੂੰ ਸਭਨਾਂ ਨੂੰ ਪਤਾ। ਨਾ ਕੋਈ ਗੁਰਦੁਆਰਾ ਬਚਿਆ, ਨਾ ਮੰਦਰ ਬਚਿਆ, ਨਾ ਮਸਜਿਦ ਬਚੀ ਏ, ਨਾ ਕੋਈ ਮੱਠ ਬਚਿਆ, ਨਾ ਕੋਈ ਦੇਹੁਰਾ ਬਚਿਆ ਹੈ। ਹਰ ਥਾਂ ਤੇ ਇਹੋ ਹੀ ਆਪਾ ਧਾਪੀ ਬਣੀ ਹੋਈ ਏ। ਮਾਇਆ ਵਾਸਤੇ ਲੋਕ ਲੜ ਪਏ ਮਰਦੇ ਨੇ, ਕਿਸੇ ਗੁਰਦੁਆਰੇ ਨੂੰ, ਕਿਸੇ ਵਿਰਲੇ ਨੂੰ ਛੱਡ ਕੇ, ਕਿਸੇ ਵਿਰਲੇ ਮੰਦਰ ਨੂੰ ਛੱਡ ਕੇ। ਸਰਕਾਰਾਂ ਅੱਜ ਇਹਨਾਂ ਧਰਮ ਮੰਦਰਾਂ ਉੱਤੇ ਕਬਜ਼ੇ ਕਰ ਰਹੀਆਂ ਨੇ। ਕਾਹਦੇ ਲਈ? ਸਿਰਫ ਮਾਇਆ ਲਈ। ਦੂਜਾ ਕੋਈ ਮਨੋਰਥ ਨਹੀਂ ਇਹਨਾਂ ਲੋਕਾਂ ਦਾ, ਸਿਰਫ ਮਾਇਆ ਵਾਸਤੇ ਇਹ ਸਾਰਾ ਪਸਾਰਾ ਇਹਨਾਂ ਨੇ ਪਸਾਰਿਆ ਹੈ। ਤੇ ਭਗਤ ਫਰੀਦ ਜੀ ਤੇ ਭਗਤ ਬੇਣੀ ਜੀ ਇਹ ਸੰਸਾਰ ਦੀ
ਧਾਰਮਿਕ ਪਹਿਲੂ ਤੋਂ ਜਿਹੜੀ ਹਾਲਤ ਹੈ ਉਸ ਵਕਤ ਦੀ, ਉਹਦਾ ਜ਼ਿਕਰ ਸਾਡੇ ਨਾਲ ਕਰਦੇ ਨੇ। ਤੇ ਅੱਜ ਵੀ ਹਾਲਤ ਉਹੀ ਨੇ, ਅੱਜ ਕੋਈ ਬਦਲ ਨਹੀਂ ਗਏ, ਹਾਲਾਤ ਬਿਲਕੁਲ ਉਹ ਹੀ ਨੇ। ਦੂਜੇ ਪਾਸੇ ਇੱਕ ਦੂਜੀ ਤਰ੍ਹਾਂ ਦੇ ਸੰਤ ਸਾਧੂ ਭਗਤ ਲੋਕ ਹੁੰਦੇ ਨੇ, ਉਹਨਾਂ ਬਾਰੇ ਫਰੀਦ ਜੀ ਆਖਦੇ ਨੇ, ਫਰੀਦਾ ਰੱਤੀ ਰਤ ਨਾ ਨਿਕਲੈ ਜੇ ਤਨ ਚੀਰੈ ਕੋਏ। ਜਿਹੜੇ ਸੱਚੀ ਮੁੱਚੀ ਰੱਬ ਦੇ ਪਿਆਰੇ ਹੁੰਦੇ ਨੇ, ਉਹਨਾਂ ਦੇ ਕੋਈ ਸਰੀਰ ਨੂੰ ਵੀ ਚੀਰ ਕੇ ਵੇਖ ਲਵੇ ਤੇ ਉਸ ਸਰੀਰ ਦੇ ਵਿੱਚੋਂ ਰਤ ਨਹੀਂ ਨਿਕਲਦੀ, ਭਾਵ ਖੂਨ ਨਹੀਂ ਨਿਕਲਦਾ। ਜੋ ਤਨ ਰੱਤੇ ਰੱਬ ਸਿਉ ਤਿੰਨ ਤਨ ਰਤ ਨਾ ਹੋਏ। ਜਿਹੜੇ ਸਰੀਰ, ਜਿਹੜੇ ਮਨੁੱਖ ਵਾਹਿਗੁਰੂ ਜੀ ਦੇ ਪਿਆਰ ਰੰਗ ਵਿੱਚ ਰੰਗੇ ਜਾਂਦੇ ਨੇ, ਫਰੀਦ ਜੀ ਆਖਦੇ ਉਹਨਾਂ ਦੇ ਤਨ ਵਿੱਚ ਰਤ ਨਹੀਂ ਹੁੰਦੀ, ਉਹਨਾਂ ਦੇ ਤਨ ਵਿੱਚ ਖੂਨ ਨਹੀਂ ਹੁੰਦਾ। ਹੁਣ ਇੱਥੇ ਅਸੀਂ ਇੱਕ ਗੱਲ ਸਮਝਣੀ ਜਿਹੜੀ ਅੱਗੇ ਤੀਜੇ ਪਾਤਸ਼ਾਹ ਮਹਾਰਾਜ ਜੀ ਨੇ ਸਮਝਾਈ ਹੈ। ਗੁਰਬਾਣੀ ਦੇ ਵਿੱਚ ਇਹ ਇੱਕ ਖਾਸ ਕਿਸਮ ਦੀ ਸਹੂਲਤ ਹੈ ਗੁਰਬਾਣੀ ਦਾ ਪਾਠ ਕਰਨ ਵਾਲੇ ਲੋਕਾਂ ਵਾਸਤੇ। ਕਿਤੇ ਕੋਈ ਗੱਲ ਸਪਸ਼ਟ ਨਾ ਹੋ ਰਹੀ ਹੋਵੇ, ਉਸ ਨੂੰ ਉਸ ਸ਼ਬਦ ਤੋਂ ਅੱਗੇ ਪਿੱਛੇ ਕਿਤੇ ਸਪਸ਼ਟ ਕਰ ਦਿੱਤਾ ਜਾਂਦਾ। ਕਿਤੇ ਕੋਈ ਇਹੋ ਜਿਹੀ ਕੁੰਡੀ ਹੋਵੇ ਜਿਹੜੀ ਆਸਾਨੀ ਨਾਲ ਨਾ ਸਾਡੀ ਸਮਝ ਵਿੱਚ ਆਉਂਦੀ ਹੋਵੇ, ਤੇ ਬਾਣੀਕਾਰਾਂ ਨੇ ਅੱਗੇ ਜਾ ਕੇ ਉਸ ਕੁੰਡੀ ਨੂੰ ਸੁਲਝਾ ਦਿੱਤਾ ਹੁੰਦਾ। ਹੁਣ ਭਗਤ ਫਰੀਦ ਸਾਹਿਬ ਜੀ ਦੇ ਸ਼ਲੋਕ ਨੂੰ ਜੇ ਆਪਾਂ ਪੜ੍ਹੀਏ ਤੇ ਇਸ ਤਰ੍ਹਾਂ ਲੱਗਦਾ ਹੈ ਕਿ ਜਿਹੜੇ ਪਰਮਾਤਮਾ ਦੇ ਪਿਆਰ ਵਿੱਚ ਰੰਗੇ ਜਾਂਦੇ ਨੇ ਲੋਕ, ਉਹਨਾਂ ਦੇ ਸਰੀਰ ਵਿੱਚ ਖੂਨ ਨਹੀਂ ਹੁੰਦਾ। ਇਸ ਸ਼ਲੋਕ ਤੋਂ ਇਹੋ ਹੀ ਸਮਝ ਪਵੇਗੀ। ਲੇਕਿਨ ਇਸ ਨੂੰ ਅੱਗੇ ਸਪਸ਼ਟ ਕਰਨਾ ਚਾਹੁੰਦੇ ਨੇ ਗੁਰੂ ਅਮਰਦਾਸ ਮਹਾਰਾਜ। ਉਹ ਕੀ ਆਖਦੇ ਨੇ? ਕਹਿੰਦੇ ਨੇ ਕਿ ਫਰੀਦ ਜੀ ਗੱਲ ਤੇ ਤੁਸੀਂ ਠੀਕ ਆਖੀ ਏ ਕਿ ਜਿਹੜੇ ਪਿਆਰ ਦੇ ਵਿੱਚ ਰੰਗੇ ਜਾਂਦੇ ਨੇ, ਰੱਬ ਦੇ ਪਿਆਰ ਵਿੱਚ, ਉਹਨਾਂ ਦੇ ਤਨ ਵਿੱਚ ਲਹੂ ਨਹੀਂ ਰਹਿ ਜਾਂਦਾ। ਪਰ ਉਹ ਲਹੂ ਕਿਹੜਾ ਨਹੀਂ ਰਹਿੰਦਾ, ਉਹ ਖੂਨ ਕਿਹੜਾ ਨਹੀਂ ਰਹਿੰਦਾ। ਆਖਦੇ ਨੇ ਇਹ ਤਨ ਸਭੋ ਰਤ ਹੈ, ਰਤ ਬਿਨ ਤਨ ਨਾ ਹੋਏ। ਇਹ ਸਰੀਰ ਰਤ ਤੋਂ ਬਿਨਾ, ਖੂਨ ਤੋਂ ਬਿਨਾ ਨਹੀਂ ਜਿੰਦਾ ਰਹਿ ਸਕਦਾ, ਅਤੇ ਖੂਨ ਤੋਂ ਬਿਨਾ ਇਸ ਸਰੀਰ ਦੀ ਬਨਾਵਟ ਵੀ ਨਹੀਂ ਬਣ ਸਕਦੀ। ਇਹ ਨਾ ਖੂਨ ਤੋਂ ਬਿਨਾ ਬਣਦਾ ਹੈ ਤੇ ਨਾ ਖੂਨ ਤੋਂ ਬਿਨਾ ਰਹਿ ਸਕਦਾ ਜਿੰਦਾ। ਇਹ ਤਨ ਸਭੋ ਰਤ ਹੈ, ਰਤ ਬਿਨ ਤਨ ਨਾ ਹੋਏ। ਜੋ ਸ਼ਹਿ ਰਤੇ ਆਪਣੇ, ਤਿੰਨ ਤਨ ਲੋਭ ਰਤ ਨਾ ਹੋਏ। ਇਹ ਗੁਰੂ ਅਮਰਦਾਸ ਮਹਾਰਾਜ ਜੀ ਨੇ ਸਪਸ਼ਟ ਕਰ ਦਿੱਤਾ, ਜਿਹੜਾ ਕਿ ਬਾਬਾ ਫਰੀਦ ਜੀ ਕੋਲੋਂ ਇਹ ਗੱਲ ਸਪਸ਼ਟ ਕਰਨ ਤੋਂ ਰਹਿ ਗਈ ਸੀ। ਭਾਵੇਂ ਉਹਨਾਂ ਦੀ ਗੱਲ ਤੇ ਬੜੀ ਸਪਸ਼ਟ ਸੀ, ਅਸੀਂ ਸਮਝ ਸਕਦੇ ਸਾਂ ਕਿ ਬਾਬਾ ਫਰੀਦ ਜੀ ਕਿਸੇ ਵਿਕਾਰ ਦੀ ਗੱਲ ਕਰਦੇ ਹੋਣਗੇ। ਖੂਨ ਤਾਂ ਹਰ ਸਰੀਰ ਵਿੱਚ ਰਹਿੰਦਾ ਹੈ, ਭਾਵੇਂ ਕੋਈ ਰੱਬ ਦਾ ਪਿਆਰਾ ਹੋਵੇ, ਭਾਵੇਂ ਨਾ ਪਿਆਰਾ ਹੋਵੇ, ਸਰੀਰ ਵਿੱਚ ਤੇ ਖੂਨ ਹੋਏਗਾ ਹੀ ਹੋਏਗਾ। ਲੇਕਿਨ ਗੁਰੂ ਅਮਰਦਾਸ ਮਹਾਰਾਜ ਜੀ ਨੇ ਸਪਸ਼ਟ ਕਰ ਦਿੱਤਾ ਕਿ ਜਿਹੜੇ ਰੱਬ ਦੇ ਪਿਆਰੇ, ਰੱਬ ਦੇ ਪਿਆਰ ਰੰਗ ਵਿੱਚ ਰੰਗੇ ਜਾਂਦੇ ਨੇ, ਉਹਨਾਂ ਦੇ ਸਰੀਰ ਵਿੱਚ ਲੋਭ ਰੂਪ ਰਤ ਨਹੀਂ ਰਹਿ ਜਾਂਦਾ, ਭਾਵ ਉਹਨਾਂ ਦੇ ਸਰੀਰ ਵਿੱਚ ਲੋਭ ਨਹੀਂ ਹੁੰਦਾ। ਤੇ ਜਿਹਦੇ ਸਰੀਰ ਵਿੱਚ ਲੋਭ ਨਹੀਂ ਹੋਏਗਾ, ਉਹ ਕਿਉਂ ਕਿਸੇ ਦੀ ਨਿੰਦਿਆ ਕਰੇਗਾ? ਉਹ ਕਿਉਂ ਕਿਸੇ ਦਾ ਹੱਕ ਮਾਰਨ ਦੀ ਸੋਚੇਗਾ? ਉਹ ਕਿਉਂ ਕਿਸੇ ਦਾ ਹਫਤਾ ਕਟਾਏਗਾ? ਉਹ ਕਿਉਂ ਕਿਸੇ ਦਾ ਹੱਕ ਮਾਰ ਕੇ ਆਪ ਉਹਨੂੰ ਹੜੱਪਣ ਦੀ ਕੋਸ਼ਿਸ਼ ਕਰੇਗਾ, ਜਿਹਦੇ ਸਰੀਰ ਵਿੱਚ ਲੋਭ ਰੂਪ ਰਤ ਹੀ ਨਾ ਰਹੀ ਹੋਵੇ? ਸੋ ਗੁਰੂ ਅਮਰਦਾਸ ਮਹਾਰਾਜ ਆਖਦੇ ਨੇ, ਫਰੀਦ ਜੀ ਗੱਲ ਤੇ ਤੁਹਾਡੀ ਬਿਲਕੁਲ ਠੀਕ ਏ ਕਿ ਉਹਨਾਂ ਮਹਾਂਪੁਰਸ਼ਾਂ ਦੇ ਸਰੀਰ ਵਿੱਚ ਰਤ ਨਹੀਂ ਹੁੰਦੀ ਜਿਹੜੇ ਪਿਆਰ ਵਿੱਚ ਰੰਗੇ ਜਾਂਦੇ ਨੇ, ਪਰ ਉਹ ਇਸ ਖੂਨ ਦੀ ਗੱਲ ਨਹੀਂ, ਉਹ ਲੋਭ ਰੂਪੀ ਖੂਨ ਦੀ ਗੱਲ ਹੈ। ਲੋਭ ਨਹੀਂ ਹੁੰਦਾ ਉਹਨਾਂ ਦੇ ਸਰੀਰ ਵਿੱਚ। ਅੱਗੇ ਹੋਰ ਸਪਸ਼ਟ ਕੀਤਾ ਉਹਨਾਂ ਨੇ, ਭੈ ਪਇਐ ਤਨ ਖੀਨ ਹੋਏ, ਲੋਭ ਰਤ ਵਿੱਚੋਂ ਜਾਏ। ਜਦੋਂ ਕਿਸੇ ਬੰਦੇ ਨੂੰ ਪਰਮਾਤਮਾ ਦਾ ਡਰ ਉਹਦੇ ਮਨ ਵਿੱਚ ਪੈਦਾ ਹੋ ਜਾਏ ਕਿ ਪਰਮਾਤਮਾ ਮੈਨੂੰ ਹਰ ਜਗ੍ਹਾ ਤੇ ਵੇਖਦਾ, ਕੋਈ ਇਹੋ ਜਿਹੀ ਥਾਂ ਨਹੀਂ ਜਿੱਥੇ ਰੱਬ ਜੀ ਮੈਨੂੰ ਵੇਖਦੇ ਨਾ ਹੋਣ,
ਤੇ ਸਚਾਈ ਹੈ ਕਿ ਬੰਦਾ ਮਾੜੇ ਕਰਮਾਂ ਤੋਂ ਸਹਿਜੇ ਹੀ ਬਚ ਜਾਂਦਾ। ਆਪਾਂ ਇਹ ਤੇ ਵੇਖਿਆ ਹੀ ਇਹ ਦੁਨੀਆ ਦੇ ਅੰਦਰ, ਜਿੱਥੇ ਕਿਤੇ ਲੋਕਾਂ ਦੀ ਭੀੜ ਭੜੱਕਾ ਹੋਵੇ, ਲੋਕ ਵੇਖਦੇ ਹੋਣ, ਲੋਕਾਂ ਦੀ ਆਵਾਜਾਈ ਹੋਵੇ, ਉੱਥੇ ਚੋਰੀਆਂ ਡਾਕੇ ਘੱਟ ਹੁੰਦੇ ਨੇ। ਪਰ ਹਨੇਰੇ ਵਿੱਚ ਚੋਰੀਆਂ, ਡਾਕੇ, ਲੁਟੇਰੇ ਇਹ ਵਧੇਰੇ ਇਹੋ ਜਿਹੇ ਕੰਮ ਕਰਦੇ ਨੇ। ਭੈ ਪਏ ਐ। ਜਦੋਂ ਸਾਨੂੰ ਰੱਬ ਜੀ ਦਾ ਡਰ ਹੋ ਗਿਆ ਕਿ ਰੱਬ ਮੈਨੂੰ ਹਰ ਥਾਂ ਤੇ ਵੇਖਦਾ ਹੈ, ਤੇ ਫਿਰ ਅਸੀਂ ਮਾੜਾ ਕਰਮ ਕਰਨ ਤੋਂ ਸਹਿਜੇ ਹੀ ਸੰਕੋਚ ਕਰਾਂਗੇ, ਅਸੀਂ ਮਾੜਿਆਂ ਕਰਮਾਂ ਤੋਂ ਬਚ ਜਾਵਾਂਗੇ। ਜਿਹਦੇ ਸਰੀਰ ਵਿੱਚੋਂ ਖੂਨ ਚਲਾ ਜਾਏ, ਨਿਕਲ ਜਾਏ, ਉਹਦਾ ਸਰੀਰ ਕਮਜ਼ੋਰ ਹੋ ਜਾਂਦਾ ਹੈ। ਇੱਥੇ ਗੁਰੂ ਅਮਰਦਾਸ ਮਹਾਰਾਜ ਜੀ ਨੇ ਆਖਿਆ, ਜਦੋਂ ਰੱਬ ਦਾ ਡਰ ਅੰਦਰ ਆ ਜਾਏ, ਤਨ ਖੀਨ ਹੋਏ, ਲੋਭ ਰਤ ਵਿੱਚੋਂ ਜਾਏ, ਉਹ ਸਰੀਰ ਕਮਜ਼ੋਰ ਪੈ ਜਾਂਦਾ। ਭਾਵ ਉਹ ਹੁਣ ਮਾੜੇ ਕਰਮ ਕਰਨ ਜੋਗਾ ਰਹਿੰਦਾ ਹੀ ਨਹੀਂ, ਕਿਉਂਕਿ ਉਹਦੇ ਵਿੱਚੋਂ ਲੋਭ ਰੂਪੀ ਰਤ ਚਲੀ ਗਈ ਹੁੰਦੀ ਏ। ਉਹਦੇ ਮਨ ਵਿੱਚੋਂ ਲੋਭ, ਕੁੱਤਾ ਜਿਹੜਾ ਅੰਦਰ ਬਾਰ-ਬਾਰ ਭੌਂਕਦਾ ਸੀ, ਉਹ ਚੁੱਪ ਕਰ ਗਿਆ। ਹੁਣ ਮਾਨੋ ਹੁਣ ਸਰੀਰ ਇੰਨਾ ਕਮਜ਼ੋਰ ਹੋ ਗਿਆ ਕਿ ਹੁਣ ਮਾੜੇ ਕੰਮ ਕਰਨ ਜੋਗਾ ਰਿਹਾ ਹੀ ਨਹੀਂ, ਕਿਉਂਕਿ ਉਹ ਹਰ ਥਾਂ ਤੇ ਵੇਖਦਾ ਕਿ ਮੈਨੂੰ ਪਰਮਾਤਮਾ ਵੇਖਦਾ ਹੈ। ਇੱਕ ਅੱਗੇ ਉਦਾਹਰਨ ਲਈਏ ਬੜੀ ਸੋਹਣੀ, ਜਿਉਂ ਬੈਸੰਤਰ ਧਾਤ ਸ਼ੁੱਧ ਹੋਏ, ਤਿਉਂ ਹਰ ਕਾ ਭਉ ਦੁਰਮਤ ਮੈਲ ਗਵਾਏ। ਬੈਸੰਤਰ ਦਾ ਅਰਥ ਹੈ ਜੀ ਅੱਗ। ਧਾਤ ਦਾ ਇੱਥੇ ਮਤਲਬ ਹੈ ਜਿਵੇਂ ਸੋਨਾ ਵਗੈਰਾ, ਸੁਨਿਆਰੇ ਕੁਠਾਲੀ ਵਿੱਚ ਪਾ ਕੇ ਥੱਲੇ ਅੱਗ ਬਾਲਦੇ ਨੇ, ਤੇ ਉਹਦੇ ਵਿੱਚੋਂ ਜਿਹੜੀ ਮੈਲ ਹੈ ਉਹ ਗਰਮ ਹੋ ਕੇ ਨਿਕਲ ਜਾਂਦੀ ਹੈ। ਜਿਉਂ ਬੈਸੰਤਰ ਧਾਤ ਸ਼ੁੱਧ ਹੋਏ, ਜਿਵੇਂ ਅੱਗ ਦੁਆਰਾ ਕਿਸੇ ਧਾਤੂ ਨੂੰ ਸ਼ੁੱਧ ਕਰ ਲਿਆ ਜਾਂਦਾ ਹੈ, ਤਿਉਂ ਹਰ ਕਾ ਭਉ। ਇਸ ਤਰ੍ਹਾਂ ਜਿਹੜਾ ਵਾਹਿਗੁਰੂ ਜੀ ਦਾ ਨਿਰਮਲ ਭਉ ਅੰਦਰ ਪੈਦਾ ਹੋ ਜਾਂਦਾ ਕਿ ਪ੍ਰਮਾਤਮਾ ਮੈਨੂੰ ਹਰ ਜਗ੍ਹਾ ਤੇ ਵੇਖਦਾ ਹੈ, ਦੁਰਮਤ ਮੈਲ ਗਵਾਏ। ਜਿਹੜੀ ਮਾੜੀ ਮੱਤ ਵਾਲੀ ਮੈਲ ਸਾਡੇ ਅੰਦਰ ਹੁੰਦੀ ਏ, ਉਸ ਨੂੰ ਉਹ ਵਾਹਿਗੁਰੂ ਜੀ ਦਾ ਜਿਹੜਾ ਨਿਰਮਲ ਭਉ ਮਨ ਵਿੱਚ ਆ ਗਿਆ, ਉਸ ਮਾੜੀ ਮੱਤ ਨੂੰ ਉਹ ਨਿਰਮਲ ਭਉ ਗਵਾ ਦਿੰਦਾ। ਜਿਵੇਂ ਅੱਗ ਕਿਸੇ ਧਾਤੂ ਨੂੰ ਸ਼ੁੱਧ ਕਰ ਦਿੰਦੀ ਏ, ਇਸ ਤਰ੍ਹਾਂ ਵਾਹਿਗੁਰੂ ਜੀ ਦਾ ਨਿਰਮਲ ਭਉ ਸਾਡੇ ਮਨ ਨੂੰ ਸ਼ੁੱਧ ਕਰ ਦਿੰਦਾ ਹੈ। ਸਾਡੇ ਮਨ ਵਿੱਚੋਂ ਦੁਰਮਤ ਯਾਨੀ ਖੋਟੀ ਮੱਤ ਵਾਲੀ ਮੈਲ ਜਿਹੜੀ ਏ ਉਹ ਨਿਕਲ ਜਾਂਦੀ ਏ। ਨਾਨਕ ਤੇ ਜਨ ਸੋਹਣੇ, ਜੇ ਰੱਤੇ ਹਰ ਰੰਗ ਲਾਏ। ਉਹ ਜਨ ਸੋਹਣੇ ਨੇ, ਭਾਵ ਉਹਨਾਂ ਦਾ ਇਹ ਨਹੀਂ ਕਿ ਸਰੀਰ ਸੋਹਣਾ ਹੋ ਗਿਆ, ਉਹਨਾਂ ਦੇ ਕਰਮ ਸੋਹਣੇ ਨੇ, ਉਹਨਾਂ ਦੀ ਬੋਲ ਬਾਣੀ ਸੋਹਣੀ ਹੈ, ਉਹਨਾਂ ਦਾ ਬੈਠਣਾ ਉੱਠਣਾ ਸੋਹਣਾ ਹੈ, ਉਹਨਾਂ ਦਾ ਵਰਤੋਂ ਵਿਹਾਰ ਸੋਹਣਾ ਹੈ। ਤੇ ਜਨ ਸੋਹਣੇ, ਜੇ ਰੱਤੇ ਹਰ ਰੰਗ ਲਾਏ। ਜਿਨ੍ਹਾਂ ਦਾ ਪਿਆਰ ਵਾਹਿਗੁਰੂ ਜੀ ਦੇ ਨਾਲ ਬਣ ਗਿਆ, ਜਿਹੜੇ ਵਾਹਿਗੁਰੂ ਜੀ ਦੇ ਪਿਆਰ ਰੰਗ ਵਿੱਚ ਰੰਗੇ ਗਏ ਨੇ, ਉਹ ਤਾਂ ਭਾਈ ਸੋਹਣੇ ਹਨ, ਉਹ ਸ਼ੋਭਨੀਕ ਹਨ। ਸੋ ਭਗਤ ਫਰੀਦ ਸਾਹਿਬ ਜੀ ਨੇ ਸਾਡੇ ਸਾਹਮਣੇ ਦੋ ਤਰ੍ਹਾਂ ਦੇ ਸਾਧੂਆਂ ਦਾ ਜ਼ਿਕਰ ਕੀਤਾ। ਇੱਕ ਉਹ ਸਾਧੂ ਜਿਹੜੇ ਪਖੰਡੀ ਲੋਕ ਨੇ, ਜਿਨ੍ਹਾਂ ਦੇ ਮੂੰਹ ਵਿੱਚ ਮਿੱਠੀਆਂ ਮਿੱਠੀਆਂ ਗੱਲਾਂ ਨੇ ਤੇ ਮਨ ਵਿੱਚ ਉਹ ਛੁਰੀ ਰੱਖੀ ਬੈਠੇ ਨੇ। ਦੂਜੇ ਪਾਸੇ ਉਹ ਲੋਕ ਨੇ ਜਿਹੜੇ ਪ੍ਰਮਾਤਮਾ ਦੀ ਸੱਚੇ ਅਰਥਾਂ ਵਿੱਚ ਭਗਤੀ ਕਰਦੇ ਨੇ, ਉਹ ਅੰਦਰੋਂ ਤੇ ਬਾਹਰੋਂ ਨਿਰਮਲੇ ਹੋ ਜਾਂਦੇ ਨੇ। ਉਹਨਾਂ ਵਿੱਚ ਵਿਕਾਰਾਂ ਰੂਪੀ ਖੂਨ ਨਹੀਂ ਰਹਿ ਜਾਂਦਾ, ਭਾਵ ਵਿਕਾਰ ਵਿੱਚੋਂ ਖਤਮ ਹੋ ਜਾਂਦੇ ਨੇ। ਗੁਰੂ ਅਮਰਦਾਸ ਮਹਾਰਾਜ ਜੀ ਨੇ ਉਸ ਗੱਲ ਨੂੰ ਬੜਾ ਹੀ ਸਪਸ਼ਟ ਕਰ ਦਿੱਤਾ ਕਿ ਭਾਈ ਇਹ ਪਰਮਾਤਮਾ ਦਾ ਜਿਹੜਾ ਭਉ ਹੈ ਨਾ, ਨਿਰਮਲ ਭਉ। ਵੇਖੋ, ਪਰਮਾਤਮਾ ਦਾ ਡਰ ਨਹੀਂ ਰੱਖਣਾ ਚਾਹੀਦਾ। ਪਰਮਾਤਮਾ ਕੋਈ ਹਊਆ ਨਹੀਂ ਕਿ ਸਾਡੇ ਨਾਲ ਕੁਛ ਉਹ ਮਾੜਾ ਵਿਹਾਰ ਕਰੇਗਾ। ਪਰਮਾਤਮਾ ਸਾਡਾ ਮਾਤਾ ਵੀ ਹੈ, ਸਾਡਾ ਪਿਤਾ ਵੀ ਹੈ। ਉਹਦਾ ਨਿਰਮਲ ਭਉ ਤੋਂ ਮਤਲਬ ਹੁੰਦਾ ਉਹਦਾ ਸਤਿਕਾਰ, ਉਹਦਾ ਅਦਬ ਕਰਨਾ। ਜਿਵੇਂ ਅਸੀਂ ਆਪਣੇ ਬਜ਼ੁਰਗਾਂ ਦਾ ਅਦਬ ਕਰਦੇ ਹਾਂ। ਪਤਾ ਹੋਵੇ ਬਜ਼ੁਰਗ ਘਰ ਵਿੱਚ ਨੇ ਤੇ ਲੋਕ ਬੱਚੇ ਉੱਚੀ ਬੋਲਦੇ ਨਹੀਂ ਸਨ ਹੁੰਦੇ ਪੁਰਾਣੇ ਸਮੇਂ ਵਿੱਚ ਨਾ, ਵੀ ਮਾਤਾ ਪਿਤਾ ਘਰ ਨੇ, ਬੜਾ ਸੰਕੋਚ ਕੇ ਗੱਲ ਕਰਨੀ, ਸੋਚ ਸਮਝ ਕੇ ਗੱਲ ਕਰਨੀ। ਇਹ ਨਹੀਂ ਕਿ ਮਾਤਾ ਪਿਤਾ ਦਾ ਡਰ ਏ, ਸਗੋਂ ਉਹਨਾਂ ਦਾ ਅਦਬ ਏ, ਸਾਡੇ ਮਨ ਵਿੱਚ ਸਤਿਕਾਰ ਹੁੰਦਾ ਸੀ।
ਸੋ ਉਹ ਸਤਿਕਾਰ, ਉਹ ਪਿਆਰ ਪਰਮਾਤਮਾ ਦੇ ਨਾਲ ਪੈਦਾ ਕਰਨਾ ਹੈ। ਜਿਨ੍ਹਾਂ ਲੋਕਾਂ ਦਾ ਉਹ ਪਿਆਰ ਤੇ ਸਤਿਕਾਰ ਰੱਬ ਦੇ ਪ੍ਰਤੀ ਪੈਦਾ ਹੋ ਜਾਂਦਾ ਹੈ, ਉਹਨਾਂ ਦੇ ਮਨ ਵਿੱਚੋਂ ਖੋਟੀ ਮੱਤ ਦੀ ਮੈਲ ਜਿਹੜੀ ਉਹ ਨਿਕਲ ਜਾਂਦੀ ਏ, ਉਹਨਾਂ ਦਾ ਮਨ ਨਿਰਮਲ ਹੋ ਜਾਂਦਾ ਹੈ। ਕਬੀਰ ਸਾਹਿਬ ਨੇ ਆਖਿਆ, ਕਬੀਰ ਮਨ ਨਿਰਮਲ ਭਇਆ ਜੈਸਾ ਗੰਗਾ ਨੀਰ, ਪਾਛੈ ਲਾਗੋ ਹਰ ਫਿਰੇ ਕਹਿਤ ਕਬੀਰ ਕਬੀਰ। ਜਦੋਂ ਕਿਸੇ ਮਨੁੱਖ ਦਾ ਮਨ ਨਿਰਮਲ ਹੋ ਜਾਏ, ਸ਼ੁੱਧ ਹੋ ਜਾਏ, ਅੰਦਰ ਮੈਲ ਨਾ ਰਹੇ ਵਿਕਾਰਾਂ ਦੀ, ਫਿਰ ਉਸ ਬੰਦੇ ਨੂੰ ਰੱਬ ਲੱਭਣ ਦੀ ਜ਼ਰੂਰਤ ਨਹੀਂ ਹੁੰਦੀ ਜੀ। ਉਸ ਬੰਦੇ ਨੂੰ ਰੱਬ ਆਪ ਲੱਭਦਾ ਫਿਰਦਾ ਹੁੰਦਾ, ਉਹਨੂੰ ਆਪਣਾ ਪਿਆਰ ਬਖਸ਼ਦਾ ਪਰਮਾਤਮਾ ਆਪ ਉਹਦੇ ਕੋਲ ਜਾ ਕੇ। ਸੋ ਅੱਜ ਦੀ ਕਥਾ ਵਿੱਚੋਂ ਅਸੀਂ ਇਹ ਦੋ ਗੱਲਾਂ ਸਿੱਖਣੀਆਂ ਨੇ। ਪਰਮਾਤਮਾ ਦਾ ਨਿਰਮਲ ਭਾਉ, ਉਸ ਦਾ ਸਤਿਕਾਰ, ਉਸ ਦਾ ਅਦਬ ਆਪਣੇ ਮਨ ਵਿੱਚ ਪੈਦਾ ਕਰਨਾ ਹੈ, ਤੇ ਜ਼ਿੰਦਗੀ ਜਿਉਂਦਿਆਂ ਕਿਸੇ ਪ੍ਰਕਾਰ ਦਾ ਕਦੀ ਪਖੰਡ ਤੇ ਵਿਖਾਵਾ ਨਹੀਂ ਕਰਨਾ। ਇਹ ਦੋ ਗੱਲਾਂ ਅੱਜ ਆਪਾਂ ਆਪਣੇ ਪੱਲੇ ਬੰਨ੍ਹ ਕੇ ਲੈ ਜਾਣੀਆਂ ਨੇ। ਵਿਖਾਵਾ ਨਹੀਂ ਕਰਨਾ, ਪਖੰਡ ਨਹੀਂ ਕਰਨਾ, ਪ੍ਰਭੂ ਦੇ ਪਿਆਰ ਨੂੰ ਹਿਰਦੇ ਵਿੱਚ ਥਾਂ ਦੇਣੀ ਹੈ, ਮਾਲਕ ਦਾ ਨਿਰਮਲ ਭਾਉ ਆਪਣੇ ਹਿਰਦੇ ਵਿੱਚ ਟਿਕਾ ਕੇ ਰੱਖਣਾ ਹੈ। ਸੋ ਅੱਜ ਤੁਸੀਂ ਇੰਨੇ ਕੁ ਬਚਨ ਪ੍ਰਵਾਨ ਕਰਨਾ ਜੀ। ਬੇਅੰਤ ਪ੍ਰਕਾਰ ਦੀਆਂ ਮੇਰੇ ਪਾਸੋਂ ਵਿਚਾਰ ਕਰਦਿਆਂ ਹੋਈਆਂ ਭੁੱਲਾਂ ਦੀ ਖਿਮਾ ਬਖਸ਼ਿਸ਼ ਕਰਨਾ। ਐਤਵਾਰ ਵਾਲੇ ਦਿਨ ਆਪਾਂ ਵਿਚਾਰ ਕਰਨੀ ਹੈ ਸਿਰਲੇਖਾਂ ਤੇ ਸਿਰਲੇਖ ਹੋਏਗਾ ਲਾਵਾਂ, ਉਹਦੇ ਤੇ ਆਪਾਂ ਗੱਲਬਾਤ ਐਤਵਾਰ ਨੂੰ ਕਰਾਂਗੇ। ਪਿਆਰ ਨਾਲ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।